सो मैं समझदा बीजेपी ਨੂੰ ਆਪਣਾ ਆੜੀਆ ਰਵਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਕੇਂਦਰੀ ਮੰਤਰੀ ਇਸ ਗੱਲ ਤੇ ਮੰਨ ਗਏ ਕਿ 70% ਅਸੀਂ ਸੌਦਾ ਕਰਨ ਨੂੰ ਤਿਆਰ ਹਾਂ, ਫਿਰ 30% ਰੱਖਣ ਦਾ ਕੀ ਫਾਇਦਾ ਗਾ। ਜੇ 70% ਖਾਮੀਆਂ ਨੇ ਤਾਂ ਇਹਨੂੰ 100% ਰਿਪੀਲ ਕਰ ਦਿਓ, 100% ਬਦਲ ਦਿਓ। ਜਦੋਂ ਬਿੱਲ ਆਏ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਸਪੁੱਤਰ ਜਿਹੜਾ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਲਗਾਤਾਰ ਇਹਨਾਂ ਬਿੱਲਾਂ ਦੇ ਫਾਇਦੇ ਗਿਣਾਉਂਦੇ ਸੀਗੇ। ਜਦੋਂ ਪੰਜਾਬ ਦੇ ਲੋਕ ਖੜੇ ਹੋ ਗਏ, ਜਦੋਂ ਪੰਜਾਬ ਦੇ ਲੋਕਾਂ ਨੇ ਘੇਰ ਲਿਆ, ਉਸ ਤੋਂ ਬਾਅਦ ਜਿਹੜਾ ਜਾ ਕੇ ਇਹ ਇਸ ਤਰ੍ਹਾਂ ਦੇ ਬਿਆਨ ਦੇਣ ਲੱਗੇ ਨੇ। ਮੈਂ ਸਮਝਦਾ ਗਾ ਇਹ ਡਰਾਮੇਬਾਜ਼ੀ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਲਗਾਤਾਰ ਡਰਾਮੇਬਾਜ਼ੀ ਦਾ ਮੈਂ ਸਮਝਦਾ ਬਹੁਤ ਵੱਡਾ ਮਾਹਰ ਹੈਗਾ। ਕਦੇ ਆਪਣੀ ਧਰਮ ਪਤਨੀ ਤੋਂ ਡਰਾਮੇਬਾਜ਼ੀ ਕਰਾਉਂਦਾ ਗਾ, ਕਦੇ ਆਪਣੇ ਪਿਤਾ ਤੋਂ ਕਰਾਉਂਦਾ ਗਾ, ਕਦੇ ਆਪ ਕਰਦਾ ਗਾ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੂਹਰੇ ਲਾਉਂਦਾ ਗਾ। ਪੰਜਾਬ ਦੇ ਕਿਸਾਨਾਂ ਵੱਲੋਂ ਅਤੇ ਪੰਜਾਬ ਦੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਸਿੰਘੂ ਬਾਰਡਰ ਦੇ ਉੱਪਰ ਕੇਂਦਰ ਸਰਕਾਰ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕੀਤਾ ਜਾ ਰਿਹਾ। ਉਧਰ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੱਚਮੁੱਚ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤੇ ਉਹਨਾਂ ਨੂੰ ਪਾਸ ਕੀਤੇ ਹੋਏ ਬਿੱਲ ਵਾਪਸ ਲੈਣੇ ਚਾਹੀਦੇ ਨੇ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜੇਕਰ ਕੇਂਦਰ ਸੋਧ ਕਰਨੇ ਨੂੰ ਤਿਆਰ ਹੈ ਤਾਂ ਫਿਰ ਇਹ ਪਾਸ ਕੀਤੇ ਹੋਏ ਬਿੱਲ ਵਾਪਸ ਕਿਉਂ ਨਹੀਂ ਲੈ ਰਹੇ। ਹਰਪਾਲ ਸਿੰਘ ਚੀਮਾ ਇੱਥੇ ਨਹੀਂ ਰੁਕੇ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵੀ ਸ਼ਬਦੀ ਹਮਲੇ ਕੀਤੇ ਨੇ। ਇਸ ਸੰਬੰਧ ਵਿੱਚ ਹੋਰ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਬੀਜੇਪੀ ਦੀ ਸਰਕਾਰ ਨੇ ਜਦੋਂ ਦੇ ਐਕਟ ਲੈ ਕੇ ਆਉਂਦੇ ਨੇ ਲਗਾਤਾਰ ਜਿਹੜੀ ਆ ਇਹਨਾਂ ਦੇ ਫਾਇਦੇ ਗਿਣਿਆ ਰਹੀ ਆ, ਪਰ ਲੇਕਿਨ ਹਿੰਦੁਸਤਾਨ ਦਾ ਕਿਸਾਨ ਜਿਹੜਾ ਹੈਗਾ ਲਗਾਤਾਰ ਵਿਰੋਧ ਕਰ ਰਿਹਾ। ਬੀਜੇਪੀ ਨੂੰ ਸਬਕ ਸਿੱਖਣਾ ਚਾਹੀਦਾ, ਕਿਉਂਕਿ ਇਸ ਸਮੇਂ ਜਿਹੜਾ ਕਿਸਾਨ ਸੰਘਰਸ਼ ਆ ਉਹ ਦਿੱਲੀ ਦੇ ਵਿੱਚ ਪਹੁੰਚਿਆ ਹੋਇਆ। ਦਿੱਲੀ ਦੇ ਵਿੱਚ ਹਜ਼ਾਰਾਂ ਹੀ ਕਿਸਾਨ ਜਿਹੜੇ ਹੈਗੇ ਨੇ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਨੇਗੇ। ਇਕੱਲੇ ਪੰਜਾਬ ਦੇ ਕਿਸਾਨ ਨਹੀਂ ਹੈਗੇ, ਯੂਪੀ, ਬਿਹਾਰ, ਮਹਾਰਾਸ਼ਟਰ ਦੇ ਕਿਸਾਨ ਵੀ ਪਹੁੰਚੇ ਹੋਏ ਨੇਗੇ। ਸੋ ਮੈਂ ਸਮਝਦਾ ਬੀਜੇਪੀ ਨੂੰ ਆਪਣਾ ਆੜੀਆ ਰਵਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਜਦੋਂ ਬੀਜੇਪੀ ਇਸ ਗੱਲ ਤੇ ਮੰਨ ਗਈ, ਜਦੋਂ ਕੇਂਦਰੀ ਮੰਤਰੀ ਇਸ ਗੱਲ ਤੇ ਮੰਨ ਗਏ ਕਿ 70% ਅਸੀਂ ਸੌਦਾ ਕਰਨ ਨੂੰ ਤਿਆਰ ਹਾਂ, ਫਿਰ 30% ਰੱਖਣ ਦਾ ਕੀ ਫਾਇਦਾ ਗਾ। ਸੋ 100% ਜਿਹੜਾ ਹੈਗਾ ਰੋਲ ਬੈਕ ਹੋਣਾ ਚਾਹੀਦਾ। ਜਦੋਂ ਤੁਸੀਂ ਇਹ ਮੰਨ ਚੁੱਕੇ ਹੋ ਕਿ ਇਹ ਕਾਨੂੰਨਾਂ ਦੇ ਵਿੱਚ 70% ਖਾਮੀਆਂ ਨੇਗੀਆਂ, ਜੇ 70% ਖਾਮੀਆਂ ਨੇ ਤਾਂ ਇਹਨੂੰ 100% ਰਿਪੀਲ ਕਰ ਦਿਓ, 100% ਬਦਲ ਦਿਓ। ਸੋ ਮੈਂ ਸਮਝਦਾ ਬੀਜੇਪੀ ਨੂੰ ਆਪਣਾ ਆੜੀਆ ਰਵਈਆ ਛੱਡ ਕੇ ਕਿਸਾਨਾਂ ਦੀ ਮੰਗ ਮੰਨ ਕੇ ਉਹਨਾਂ ਦਾ ਜਿਹੜਾ ਹੈਗਾ ਹੱਲ ਕੱਢਣਾ ਚਾਹੀਦਾ। ਦੇਖੋ, ਜਦੋਂ ਇਹ ਆਰਡੀਨੈਂਸ ਆਏ, ਜਦੋਂ ਬਿੱਲ ਆਏ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਸਪੁੱਤਰ ਜਿਹੜਾ ਹੈ ਸੁਖਬੀਰ ਸਿੰਘ ਬਾਦਲ, ਉਹਨਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਲਗਾਤਾਰ ਇਹਨਾਂ ਬਿੱਲਾਂ ਦੇ ਫਾਇਦੇ ਗਿਣਾਉਂਦੇ ਸੀਗੇ, ਲਗਾਤਾਰ ਪ੍ਰੈਸ ਕਾਨਫਰੰਸਾਂ ਕਰਦੇ ਸੀਗੇ, ਲਗਾਤਾਰ ਕੇਂਦਰੀ ਮੰਤਰੀਆਂ ਨੂੰ ਪੰਜਾਬ 'ਚ ਲੈ ਕੇ ਆਉਂਦੇ ਸੀਗੇ। ਜਦੋਂ ਪੰਜਾਬ ਦੇ ਲੋਕ ਖੜੇ ਹੋ ਗਏ, ਜਦੋਂ ਪੰਜਾਬ ਦੇ ਲੋਕਾਂ ਨੇ ਘੇਰ ਲਿਆ, ਉਸ ਤੋਂ ਬਾਅਦ ਜਿਹੜਾ ਜਾ ਕੇ ਇਹ ਇਸ ਤਰ੍ਹਾਂ ਦੇ ਬਿਆਨ ਦੇਣ ਲੱਗੇ ਨੇ। ਮੈਂ ਸਮਝਦਾ ਗਾ ਇਹ ਡਰਾਮੇਬਾਜ਼ੀ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਲਗਾਤਾਰ ਡਰਾਮੇਬਾਜ਼ੀ ਦਾ ਮੈਂ ਸਮਝਦਾ ਬਹੁਤ ਵੱਡਾ ਮਾਹਰ ਹੈਗਾ। ਕਦੇ ਆਪਣੀ ਧਰਮ ਪਤਨੀ ਤੋਂ ਡਰਾਮੇਬਾਜ਼ੀ ਕਰਾਉਂਦਾ ਗਾ, ਕਦੇ ਆਪਣੇ ਪਿਤਾ ਤੋਂ ਕਰਾਉਂਦਾ ਗਾ, ਕਦੇ ਆਪ ਕਰਦਾ ਗਾ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੂਹਰੇ ਲਾਉਂਦਾ ਗਾ। ਸੋ ਮੈਂ ਸਮਝਦਾ ਡਰਾਮੇਬਾਜ਼ ਨੇ ਬਹੁਤ ਵੱਡੇ। ਸੋ ਅਸਲੀ ਲੋਕ ਜਿਹੜੇ ਹੈਗੇ ਨੇਗੇ, ਅਸਲੀ ਕਿਸਾਨ ਜਿਹੜੇ ਹੈਗੇ ਨੇਗੇ, ਅਸਲੀ ਕਿਸਾਨ ਜਿਹੜੇ ਆਗੂ ਨੇਗੇ, ਉਹ ਸੰਘਰਸ਼ ਕਰ ਰਹੇ ਨੇਗੇ। ਦੇਖੋ, ਬੜੇ ਲੰਬੇ ਅਰਸੇ ਤੋਂ ਪਟਿਆਲਾ ਦੇ ਵਿੱਚ, ਖਾਸ ਤੌਰ ਤੇ ਜਿੱਥੇ ਸੀਐਮ ਸਾਹਿਬ ਦਾ ਹਾਊਸ ਆ, ਜਿੱਥੋਂ ਕੈਪਟਨ ਸਾਹਿਬ ਬਿਲੋਂਗ ਕਰਦੇ ਨੇ ਪਟਿਆਲਾ ਦੇ ਵਿੱਚ, ਉੱਥੇ ਲੰਬੇ ਅਰਸੇ ਤੋਂ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ। ਪਹਿਲਾਂ ਬਹੁਤ ਸਾਰੀਆਂ ਫੈਕਟਰੀਆਂ ਫੜੀਆਂ ਗਈਆਂ, ਉਦੋਂ ਲਾਕਡਾਊਨ 'ਚ ਫੈਕਟਰੀਆਂ ਫੜੀਆਂ ਗਈਆਂ, ਕਰਫਿਊ 'ਚ ਫੈਕਟਰੀਆਂ ਫੜੀਆਂ ਗਈਆਂ। ਹੁਣ ਜਦੋਂ ਪੰਜਾਬ ਦਾ ਕਿਸਾਨ ਸੰਘਰਸ਼ ਨੂੰ ਲੈ ਕੇ ਦਿੱਲੀ ਪਹੁੰਚਿਆ ਹੋਇਆ ਗਾ, ਆਪਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਬੈਠਾ ਗਾ, ਉਸ ਸਮੇਂ ਫੇਰ ਫੈਕਟਰੀਆਂ ਚੱਲ ਰਹੀਆਂ ਨੇਗੀਆਂ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਸ਼ਰਾਬ ਦਾ ਕਾਰੋਬਾਰ, ਨਜਾਇਜ਼ ਸ਼ਰਾਬ ਦਾ ਕਾਰੋਬਾਰ ਪੰਜਾਬ ਚਲਾ ਰਿਹਾ ਹੈਗਾ। ਔਰ ਉਹਦੀ ਪ੍ਰਤੱਖ ਜਿਹੜਾ ਪ੍ਰਮਾਣ ਨੇਗੇ ਉਹ ਲਗਾਤਾਰ ਰਾਜਪੁਰੇ ਦੇ ਵਿੱਚੋਂ, ਲਗਾਤਾਰ ਪਟਿਆਲੇ 'ਚੋਂ ਮਿਲ ਰਹੇ ਨੇਗੇ। ਉਹਨਾਂ ਦੇ ਆਪਦੇ ਐਮਐਲਏ ਇਨਵੋਲਵ ਨੇਗੀਆਂ, ਆਪਦੀ ਉਹਨੇ ਧਰਮ ਪਤਨੀ ਇਨਵੋਲਵ ਹੈਗੀ, ਉਹਨਾਂ ਦਾ ਪਰਿਵਾਰ ਇਨਵੋਲਵ ਹੈਗਾ। ਦੇਖੋ, ਮੈਂ ਸਮਝਦਾ ਸਰਕਾਰ ਜਿਹੜੀ ਆ ਉਹ ਤਾਂ ਮੌਕੇ ਭਾਲਦੀ ਆ, ਉਹ ਤਾਂ ਮੌਕੇ ਤਲਾਸ਼ ਕਰਦੀ ਆ ਕਿ ਕਿੰਨੇ ਮੌਕੇ ਮਿਲਣ। ਕੈਪਟਨ ਸਾਹਿਬ ਨੇ ਪਹਿਲਾਂ ਲਾਕਡਾਊਨ ਲਾਇਆ, ਕਰਫਿਊ ਲਾਇਆ, ਉਦੋਂ ਫੈਕਟਰੀਆਂ ਚਲਾਈਆਂ। ਹੁਣ ਰਾਤ ਦਾ ਕਰਫਿਊ ਆ, ਰਾਤ ਦੇ ਕਰਫਿਊ ਦਾ ਦੱਸੋ ਕੀ ਫਾਇਦਾ। ਰਾਤ ਨੂੰ ਤਾਂ ਲੋਕ ਆਪਣੇ ਘਰਾਂ 'ਚ ਬੈਠੇ ਹੁੰਦੇ ਨੇਗੇ। ਰਾਤ ਦਾ ਕਰਫਿਊ ਇਸ ਲਈ ਲਾਇਆ ਗਿਆ ਤਾਂ ਕਿ ਉਹ ਆਪਦਾ ਨਜਾਇਜ਼ ਸ਼ਰਾਬ ਦਾ ਧੰਦਾ ਕਰ ਸਕਣ, ਨਜਾਇਜ਼ ਸ਼ਰਾਬ ਦੀ ਤਸਕਰੀ ਕਰ ਸਕਣ। ਸੋ ਉਹਦਾ ਧੰਦਾ ਚੱਲਦਾ ਗਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਆ ਕਿ ਇਹ ਜਿਹੜੇ ਕੇਸ ਨੇਗੇ ਸ਼ਰਾਬ ਦੇ, ਇਹ ਈਡੀ ਨੂੰ ਸੌਂਪੋ, ਇਨਫੋਰਸਮੈਂਟ ਡਾਇਰੈਕਟਰ ਨੂੰ ਸੌਂਪੋ, ਸੀਬੀਆਈ ਨੂੰ ਸੌਂਪੋ, ਔਰ ਉਹਨਾਂ ਦੀ ਨਿਗਰਾਨੀ ਜਿਹੜੀ ਜਾਂਚ ਦੀ ਨਿਗਰਾਨੀ ਜਿਹੜੀ ਆ ਹਾਈ ਕੋਰਟ ਦਾ ਸਿਟਿੰਗ ਜਾਰੀ ਕਰੇ। बीजेपी जी वो स्ट्रैटजी बना रही है। बीजेपी जी हैगी वो इस संघर्ष को तोड़ना चाहती है, इस संघर्ष को डीरेल करना चाहती है। कदे नक्सलाइट कहते हैं, कदे खालिस्तानी कहते हैं, कदे पाकिस्तानी कहते हैं, कदे चाइना तो कहते हैं। कि मैं समझदा कि बीजेपी वाले लीडर मेरी जी चेतावनी आ कि आके किसान संघर्षां जाके देखो, वो पंजाब के पुत ने, पंजाब के किसान ने, वो महाराष्ट्र के किसान ने, यूपी बिहार के किसान ने, वो हरियाणे के किसान ने, ये वो किसान ने जिन्हों का उगाया हुआ अन्न तुसीं खाने हो, जिन्हों के उगाए हुए अन्न ते तुसीं जीने हो।
ਸੋ ਮੈਂ ਸਮਝਦਾ ਬੀਜੇਪੀ ਨੂੰ ਘਟੀਆ ਰਾਜਨੀਤੀ ਛੱਡਣੀ ਚਾਹੀਦੀ ਹੈ ਔਰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ। ਦੇਖੋ ਜਿਹੜਾ ਦਿੱਲੀ ਦਾ ਬਾਰਡਰ ਦੇ ਅੰਦਰ, ਦਿੱਲੀ ਦੇ ਬਾਰਡਰ ਦੇ ਚਾਹੇ ਉਹ ਤੁਰਕੀ ਦਾ ਬਾਰਡਰ ਆ, ਚਾਹੇ ਉਹ ਸ਼ੰਭੂ ਦਾ ਬਾਰਡਰ ਆ, ਸਾਰੇ ਜਗ੍ਹਾ ਤੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇਗੇ। ਬਹੁਤ ਸਾਰੇ ਜਿਹੜੇ ਹੈਗੇ ਟਾਇਲਟ ਦਾ ਪ੍ਰਬੰਧ ਕੀਤਾ ਹੋਇਆ, ਪਾਣੀ ਦਾ ਪ੍ਰਬੰਧ ਕੀਤਾ ਹੋਇਆ, ਪਰ ਲੇਕਿਨ ਜਿਹੜਾ ਹੈਗਾ ਕਿਸਾਨ ਬਹੁਤ ਵੱਡੀ ਗਿਣਤੀ 'ਚ ਪਹੁੰਚ ਰਹੇ ਨੇਗੇ। ਉਹ ਕਿਤੇ ਨਾ ਕਿਤੇ ਮੈਂ ਸਮਝਦਾ ਪ੍ਰਬੰਧ ਸਾਨੂੰ ਹੋਰ ਤੇਜ਼ ਕਰਨ ਦੀ ਲੋੜ ਆ। ਮੇਰੀ ਹੁਣੀ ਸੀਐਮ ਸਾਹਿਬ ਨਾਲ ਗੱਲ ਹੋਈ ਹੈਗੀ, ਜਿਹੜੇ ਸਾਰੇ ਪ੍ਰਬੰਧ ਨੇਗੇ ਹੋਰ ਤੇਜ਼ ਕਰ ਦਿੱਤੇ ਜਾਣਗੇ, ਹੋਰ ਜਿਹੜੀਆਂ ਵੱਡੇ ਪੱਧਰ ਦੇ ਪ੍ਰਬੰਧ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈਗਾ। ਦੇਖੋ ਐਜੀਟੇਸ਼ਨ ਲੰਬਾ ਅਰਸਾ ਚੱਲ ਸਕਦਾ ਹੈਗਾ। ਕਿਸਾਨ ਜਿਹੜੇ ਆਗੂ ਨੇਗੇ ਜਾਂ ਕਿਸਾਨ ਗਏ ਹੋਏ ਨੇ, ਉਹ 6 ਮਹੀਨੇ ਦਾ ਰਾਸ਼ਨ ਲੈ ਕੇ ਗਏ ਨੇ, 6 ਮਹੀਨੇ ਦਾ ਪ੍ਰਬੰਧ ਕਰਕੇ ਗਏ ਨੇਗੇ। ਸੋ ਸੰਘਰਸ਼ ਲੰਬਾ ਹੋ ਸਕਦਾ ਹੈਗਾ। ਸਾਰੇ ਅਸੀਂ ਇਕਜੁੱਟ ਹਾਂ, ਅਸੀਂ ਕਿਸਾਨ ਦੇ ਨਾਲ ਖੜੇ ਹਾਂਗੇ। ਆਮ ਆਦਮੀ ਪਾਰਟੀ ਡਟ ਕੇ ਕਿਸਾਨ ਦੇ ਨਾਲ ਹਰ ਪ੍ਰਕਾਰ ਦੀ ਮਦਦ ਕਰੂਗੀ। ਜਿਸ ਦਿਨ ਸੀਐਮ ਸਾਹਿਬ ਸਿੰਘੂ ਬਾਰਡਰ ਤੇ ਆ ਕੇ ਕਿਸਾਨਾਂ ਦਾ ਪਤਾ ਲੈ ਕੇ ਗਏ ਨੇ, ਕਿਸਾਨ ਆਗੂ ਨੂੰ ਮਿਲ ਕੇ ਗਏ ਨੇਗੇ ਔਰ ਪ੍ਰਬੰਧ ਦੇਖ ਕੇ ਗਏ ਨੇ ਕਿ ਪਾਣੀ ਦਾ ਪ੍ਰਬੰਧ ਕਿਵੇਂ ਆ, ਟਾਇਲਟਸ ਦਾ ਪ੍ਰਬੰਧ ਕੀ ਆ ਔਰ ਖਾਣ ਪੀਣ ਦਾ ਪ੍ਰਬੰਧ ਕੀ ਆ, ਦਵਾਈਆਂ ਦਾ ਪ੍ਰਬੰਧ ਕੀ ਆ। ਉਸੇ ਦਿਨ ਜਿਹੜਾ ਹੈਗਾ ਬੀਜੇਪੀ ਵਾਲਿਆਂ ਨੇ ਉਹਦਾ ਘਰ ਘੇਰ ਲਿਆ, ਲਗਾਤਾਰ ਉਹਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਾ। ਸੋ ਮੈਂ ਖੁਦ ਗਿਆ ਸੀ, ਭਗਵੰਤ ਸਿੰਘ ਮਾਨ ਗਏ ਸੀਗੇ, ਮਾਨ ਸਾਹਿਬ ਮੇਰੇ ਨਾਲ ਸੀਗੇ, ਅਸੀਂ ਇਕੱਠੇ ਗਏ ਸੀ ਸਾਰੇ ਜਣੇ। ਉਦੋਂ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਸੀਗਾ ਔਰ ਦਿੱਲੀ ਦੀ ਪੁਲਿਸ ਜਿਹੜੀ ਕਿ ਬੀਜੇਪੀ ਦੀ ਪੁਲਿਸ ਆ, ਜਿਹੜੀ ਕਿ ਮੋਦੀ ਸਾਹਿਬ ਦੀ ਪੁਲਿਸ ਆ, ਉਹ ਬੀਜੇਪੀ ਵਾਲਿਆਂ ਦਾ ਸਾਥ ਦੇ ਰਹੀ ਸੀ, ਨਾ ਕਿ ਇੱਕ ਚੁਣੀ ਹੋਈ ਸਰਕਾਰ ਦਾ। ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ, ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਿਜਾਤ ਦਿਵਾਉਣ ਲਈ ਹਾਜ਼ਰ ਹੈ, ਫੀਰ ਲੀਫ ਪਾਵਰ, ਜਿਸ ਦੇ ਨਾਲ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਜਿਵੇਂ ਮਰਦਾਨਾ ਕਮਜ਼ੋਰੀ, ਅੰਤੜੀਆਂ ਦੀ ਸੋਜਿਸ਼, ਪਿਸ਼ਾਬ ਵਿੱਚ ਜਲਣ, ਦਿਲ ਦੀ ਕਮਜ਼ੋਰੀ, ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ-ਅਲੱਗ ਲੈਬੋਰਟਰੀਆਂ ਤੋਂ ਆਯੁਰਵੈਦਿਕ ਮਾਹਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਰੂਬਰੂ ਹੈ ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ। ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ, ਉਹ ਹੁਣ ਫੀਰ ਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੁਬਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ। ਇਹ ਮੈਡੀਸਨ 100% ਆਯੁਰਵੈਦਿਕ ਹੈ। ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 94 784 84087।